ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ, ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਦੀ ਵਾਰ ਦੇ ਅੰਦਰ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ। ਮਹਾਰਾਜ ਗੁਰੂ ਰਾਮਦਾਸ ਜੀ ਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਲੋਕ ਮਹੱਲਾ ਚੌਥਾ, ਚੌਥੇ ਪਾਤਸ਼ਾਹ ਮਹਾਰਾਜ ਜੀ ਇਸ ਸ਼ਲੋਕ ਦੇ ਵਿੱਚ ਸਮਝਾ ਰਹੇ ਹਨ। ਸਤਿਗੁਰ ਕੀ ਸੇਵਾ ਨਿਰਮਲੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੇ ਗੁਰਸਿੱਖੋ, ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਨਿਰਮਲੀ ਹੈ, ਉਜਲ ਹੈ, ਪਵਿੱਤਰ ਕਰਨ ਵਾਲੀ ਹੈ। ਜੋ ਪੁਰਸ਼ ਪਵਿੱਤਰ ਹਿਰਦੇ ਵਾਲਾ ਹੁੰਦਾ ਹੈ, ਸਤਿਗੁਰੂ ਦੀ ਸੇਵਾ ਕਰਕੇ, ਟਹਿਲ ਕਰਕੇ, ਨਾਮ ਜਪ ਕੇ, ਉਸਤਤ ਕਰਕੇ, ਵਡਿਆਈ ਕਰਕੇ, ਸੋ ਸੇਵਾ ਘਾਲੈ, ਉਹ ਸੇਵਾ ਉਹ ਟਹਿਲ ਨੂੰ ਘਾਲਦਾ ਹੈ। ਭਾਵ ਉਹ ਪਰਮੇਸ਼ਰ ਦੀ ਕਮਾਈ ਕਰਦਾ ਹੈ, ਨਾਮ ਦੀ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਉਸ ਦੀ ਉਸਤਤ ਵਡਿਆਈ ਕਰਦਾ ਹੈ। ਸਤਿਗੁਰੂ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੇ ਗੁਰਸਿੱਖੋ, ਸਤਿਗੁਰਾਂ ਦੀ, ਗੁਰੂ ਸਾਹਿਬ ਜੀ ਦੀ ਸੇਵਾ ਨਿਰਮਲੀ ਹੈ, ਉਜਲ ਹੈ। ਜੋ ਜਨ, ਜੋ ਪੁਰਖ ਪਵਿੱਤਰ ਹਿਰਦੇ ਵਾਲਾ ਹੁੰਦਾ ਹੈ, ਸੇਵਾ ਕਰਕੇ ਉਹ ਟਹਿਲ ਕਮਾਉਂਦਾ ਹੈ, ਉਹ ਕਮਾਈ ਕਰਦਾ ਹੈ ਨਾਮ ਦੀ, ਅਤੇ ਉਹ ਸੇਵਾ ਦੇ ਰਾਹੀਂ, ਸਿਮਰਨ ਦੇ ਰਾਹੀਂ ਕਮਾਈ ਕਰਦਾ ਹੈ, ਘਾਲਣਾ ਘਾਲਦਾ ਹੈ। ਜਿਨ੍ਹਾਂ ਅੰਦਰ ਕਪਟ ਵਿਕਾਰ ਝੂਠ, ਕਿ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੇ ਹਿਰਦੇ ਵਿੱਚ ਕਾਪਟ ਭਾਵ ਛਲ ਆਦਿਕ ਵਿਸ਼ੇਸ਼ ਕਰਕੇ ਵਿਕਾਰ ਤੇ ਝੂਠ ਕੂੜ ਹੈ, ਓਏ ਆਪੇ ਸੱਚੈ ਬਖ ਕੱਢੇ ਜਜਮਾਲੇ। ਉਹ ਆਪ ਸੱਚੇ ਪਾਤਸ਼ਾਹ ਨੇ ਜਜਮਾਲੇ, ਕੋੜੀ ਪਾਪੀ ਵੱਖਰੇ ਕੱਢ ਦਿੱਤੇ ਹਨ। ਜਿਨ੍ਹਾਂ ਅੰਦਰ ਕਪਟ ਵਿਕਾਰ ਝੂਠ, ਕਿ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੇ ਹਿਰਦੇ ਵਿੱਚ ਕਾਪਟ ਹੈ, ਛਲ ਹੈ, ਅਤੇ ਵਿਸ਼ੇ ਵਿਕਾਰ ਹਨ, ਅਤੇ ਝੂਠ ਹੈ, ਉਹ ਆਪ ਸੱਚੇ ਪਾਤਸ਼ਾਹ ਨੇ ਜਜਮਾਲੇ, ਕੋੜੀ ਪਾਪੀ ਵੱਖਰੇ ਕੱਢ ਦਿੱਤੇ ਹਨ। ਜਿਹੜੇ ਜਜਮਾਲੇ, ਜੱਜ ਜਮਾ ਮਾਲੇ, ਜੱਜ ਪੂਜਾ ਦਾ ਮਾਲ ਖਾਣ ਵਾਲੇ ਪੁਜਾਰੀ ਬਣੇ ਹੋਏ ਹਨ। ਜਿਵੇਂ ਮਸੰਦ ਪੂਜਾ ਦਾ ਮਾਲ ਖਾਂਦੇ ਸੀ, ਇਸੇ ਪ੍ਰਕਾਰ ਪੂਜਾ ਦਾ ਧਾਨ ਖਾਣ ਵਾਲੇ ਉਹ ਸੱਚੇ ਪਾਤਸ਼ਾਹ ਨੇ ਵੱਖਰੇ ਕੱਢ ਦਿੱਤੇ ਹਨ। ਪਾਪਾਂ ਕਰਕੇ ਜਜਮਾਲੇ ਰੰਘਿਆਣੇ ਹੋਏ ਹਨ। ਸੱਚਿਆਰ ਸਿੱਖ ਵਹਿ ਸਤਿਗੁਰ ਪਾਸ ਘਾਲਣ। ਸੱਚਿਆਰ, ਸੱਚਾਈ ਵਾਲੇ ਸਿੱਖ ਸਤਿਗੁਰਾਂ ਦੇ ਪਾਸ, ਸਤਿਗੁਰਾਂ ਦੇ ਕੋਲ ਬੈਠ ਕੇ ਸੇਵਾ ਸਿਮਰਨ ਦੀ ਘਾਲਣ, ਸੇਵਾ ਸਿਮਰਨ ਦੀ ਕਮਾਈ ਕਰਦੇ ਹਨ। ਸੱਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ। ਸੱਚਿਆਰ, ਸੱਚਾਈ ਵਾਲੇ ਸਿੱਖ ਸਤਿਗੁਰਾਂ ਦੇ ਪਾਸ ਕੋਲ ਬੈਠ ਕੇ ਸੇਵਾ ਸਿਮਰਨ ਦੀ ਘਾਲਣ ਕਮਾਈ ਕਰਦੇ ਹਨ।
ਅਤੇ ਕੁੜਿਆਰ ਨਾ ਲੱਭਣੀ ਕਿਤੈ ਥਾਏ ਭਾਲੇ। ਅਤੇ ਕੁੜਿਆਰ ਝੂਠ ਬੋਲਣ ਵਾਲੇ ਪਰਖਣਾ, ਝੂਠ ਬੋਲਣ ਵੇਲੇ ਪਰਖਣ ਵੇਲੇ ਭਾਲਿਆਂ ਢੂੰਡਿਆ ਕਿਤੇ ਵੀ ਥਾਂ ਨਹੀਂ ਲੱਭਦੀ ਉਹਨਾਂ ਨੂੰ, ਕਿ ਉਹ ਗੁਰੂ ਘਰ ਦੀ ਸੇਵਾ ਤੋਂ ਭੱਜ ਹੀ ਜਾਂਦੇ ਹਨ, ਸਿਮਰਨ ਤੋਂ ਵੀ ਉਹ ਭੱਜ ਜਾਂਦੇ ਹਨ। ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ। ਸਚਾਈ ਵਾਲੇ ਸਿੱਖ ਸਤਿਗੁਰਾਂ ਦੇ ਕੋਲ ਬੈਠ ਕੇ ਸੇਵਾ ਸਿਮਰਨ ਕਮਾਈ ਕਰਦੇ ਹਨ। ਤੇ ਕੁੜਿਆਰ ਨਾ ਲੱਭਣੀ ਕਿਤੈ ਥਾਏ ਭਾਲੇ, ਕਿ ਜਿਹੜੇ ਕੁੜਿਆਰ ਝੂਠ ਬੋਲਣ ਵਾਲੇ ਪਰਖਣਾ ਵੇਲੇ ਜਦੋਂ ਪਰਖੇ ਜਾਂਦੇ ਹਨ, ਉਦੋਂ ਫਿਰ ਭਾਲਿਆਂ ਢੂੰਡਿਆਂ ਕਿਤੇ ਵੀ ਥਾਂ ਨਹੀਂ ਲੱਭਦੇ। ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ, ਕਿ ਜਿਨ੍ਹਾਂ ਜੀਵਾਂ ਨੂੰ ਸਤਿਗੁਰਾਂ ਦਾ ਆਖਿਆ, ਸਤਿਗੁਰਾਂ ਦਾ ਕਹਿਆ ਹੋਇਆ ਸੁਖਾਵੈ ਚੰਗਾ ਨਹੀਂ ਲੱਗਦਾ, ਕਿ ਗੁਰੂ ਦੀ ਬਾਣੀ, ਬਾਣੀ ਦੀ ਵਿਚਾਰ, ਬਾਣੀ ਦਾ ਬਚਨ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ, ਤਿੰਨਾਂ ਮੋਹ ਭਲੇਰੇ ਫਿਰਹਿ ਦਈਏ ਗਾਲੇ, ਕਿ ਉਹਨਾਂ ਦੇ ਮੂੰਹ ਭਲੇਰੇ ਫਟਕਾਰੇ ਭ੍ਰਿਸ਼ਟੇ ਹੋਏ ਹਨ। ਅਤੇ ਦਈਏ ਪ੍ਰੇਰਕ ਪਰਮੇਸ਼ਰ ਦੇ ਸਾੜੇ ਭਾਵ ਕਲੰਕੀ ਕੀਤੇ ਹੋਏ ਜੂਨਾਂ ਦੇ ਵਿੱਚ ਤੁਰੇ ਫਿਰਦੇ ਹਨ। ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ, ਜਿਨ੍ਹਾਂ ਜੀਵਾਂ ਨੂੰ ਸਤਿਗੁਰਾਂ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਕਹਿਆ ਹੋਇਆ ਚੰਗਾ ਨਹੀਂ ਲੱਗਦਾ। ਤਿੰਨਾਂ ਮੂੰਹ ਭਲੇਰੇ ਫਿਰਹੇ ਦਈਏ ਗਾਲੇ, ਕਿ ਉਹਨਾਂ ਦੇ ਮੂੰਹ ਫਟਕਾਰੇ ਹੋਏ ਅਤੇ ਦਈਏ ਪ੍ਰੇਰਕ ਪਰਮੇਸ਼ਰ ਦੇ ਗਾਲੇ ਸਾੜੇ ਭਾਵ ਕਲੰਕੀ ਕੀਤੇ ਹੋਏ ਜੂਨਾਂ ਦੇ ਵਿੱਚ ਤੁਰੇ ਫਿਰਦੇ ਹਨ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਕਿ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਹਰੀ ਵਾਹਿਗੁਰੂ ਦੇ ਨਾਮ ਦੀ ਪ੍ਰੀਤ, ਨਾਮ ਦੀ ਲਗਨ ਨਹੀਂ ਹੈ। ਜਿਨ੍ਹਾਂ ਦੀ ਹਰ ਕੇਰੀ, ਜਿਨ੍ਹਾਂ ਦੀ ਕੇਰੀ ਕੱਚੀ ਅੰਬੀ ਦੀ ਨਿਆਈ ਹਰੀ ਵਾਹਿਗੁਰੂ ਨਾਲ ਪ੍ਰੀਤੀ ਹੈ, ਉਹਨਾਂ ਨੂੰ ਕਿਚਰਕ ਕਿੰਨਾ ਕਚਰ ਚੰਗੇ ਪਦਾਰਥ ਗਵਾ ਕੇ ਬਹਿਰਾਈਨ ਖਲਾਵੇ ਭਾਵ ਪਰਚਾਈ ਰਹੋਗੇ। ਜਿਨ੍ਹਾਂ ਅੰਦਰ ਪ੍ਰੀਤ ਨਹੀਂ ਹਰ ਕੇਰੀ, ਕਿ ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਲਾਗਨ ਨਹੀਂ, ਜਿਨ੍ਹਾਂ ਦੀ ਕੇਰੀ ਕੱਚੀ ਅੰਬੀ ਦੀ ਨਿਆਈ ਹਰੀ ਵਾਹਿਗੁਰੂ ਨਾਲ ਪ੍ਰੀਤ ਨਹੀਂ, ਉਹਨਾਂ ਨੂੰ ਕਿਚਰਕ ਕਿੰਨਾ ਕਿਚਰ ਚੰਗੇ ਚੰਗੇ ਪਦਾਰਥ ਖਵਾ ਕੇ ਬਹਿਰਾਈਨ ਭਾਵ ਖਿਲਾਉਂਦੇ ਭਾਵ ਪਰਚਾਉਂਦੇ ਰਹੋਗੇ। ਉਹ ਮਨਮੁਖ ਤਾਂ ਬੇਤਾਲੇ ਭੂਤਨਿਆਂ ਦੀ ਨਿਆਈ ਹਨ, ਬੇਤਾਲੇ ਤਾਲ ਸਰੂਪ ਤੋਂ ਰਹਿਤ ਹਨ, ਦਵੈਤ ਦੇ ਤਾਲ ਵਜਾਉਂਦੇ ਹਨ। ਸਤਿਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ। ਜਿਹੜਾ ਮਨੁੱਖ ਸਤਿਗੁਰਾਂ ਨੂੰ ਮਿਲਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਪਿਆਰ ਕਰਦਾ ਹੈ, ਜਿਹੜਾ ਉਹ ਆਪਣੇ ਮਨ ਆਪਣੇ ਅੰਤਸ ਕਰਨ ਨੂੰ, ਹਿਰਦੇ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਦਾ ਹੈ। ਸਤਿਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ। ਜਿਹੜਾ ਮਨੁੱਖ ਸਤਿਗੁਰੂ ਸਾਹਿਬ ਜੀ ਨੂੰ ਮਿਲਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਪਿਆਰ ਰੱਖਦਾ ਹੈ, ਉਹ ਆਪਣੇ ਮਨ ਆਪਣੇ ਅੰਤਸ ਕਰਨ ਆਪਣੇ ਹਿਰਦੇ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਦਾ ਹੈ। ਉਹ ਆਪ ਵਰਤੈ ਆਪਣੀ ਬਥ ਨਾਲੇ। ਉਹ ਪਰਮੇਸ਼ਰ ਆਪ ਆਪਣੀ ਚੇਤਨ ਸਤਾ ਰੂਪੀ ਵਸਤੂ ਨਾਲ ਉਹਨਾਂ ਦੇ ਹਿਰਦਿਆਂ ਵਿੱਚ ਵਰਤਦਾ ਹੈ। ਜੋ ਆਪਣੇ ਨਾਲ ਆਨੰਦ ਰੂਪ ਵਸਤੂ ਹੈ, ਉਹ ਉਸ ਵਸਤੂ ਨੂੰ ਆਪ ਹੀ ਵਰਤਦਾ ਹੈ। ਜਨ ਨਾਨਕ ਇਕ ਨਾ ਗੁਰ ਮੇਲ ਸੁਖ ਦੇਵੈ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਇੱਕ ਨਾ ਗੁਰਮੁਖ ਜਨਾਂ ਨੂੰ ਪਰਮੇਸ਼ਰ ਗੁਰਾਂ ਨਾਲ ਮੇਲ ਕੇ ਆਤਮਿਕ ਸੁੱਖ ਬਖਸ਼ ਦਿੰਦਾ ਹੈ, ਅੰਦਰ ਦਾ ਸੁੱਖ ਬਖਸ਼ ਦਿੰਦਾ ਹੈ, ਭਾਵ ਜੀਵਨ ਮੁਕਤੀ ਦਾ ਆਨੰਦ ਬਖਸ਼ ਦਿੰਦਾ ਹੈ।
ਇੱਕ ਆਪੇ ਬਖ ਕੱਢੈ ਠਗਵਾਲੇ। ਇੱਕ ਨਾ ਠਗਵਾਲੇ ਠੱਗੀ ਮਾਰਨ ਵਾਲਿਆਂ ਨੂੰ ਆਪ ਹੀ ਵੱਖਰੇ ਕੱਢ ਦਿੰਦਾ ਹੈ ਪਰਮੇਸ਼ਰ। ਅੱਗੇ ਚੌਥੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ, ਮਹੱਲਾ ਚੌਥਾ। ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਤਿਨ ਕੇ ਕਾਜ ਦਈਏ ਆਂਦੇ ਰਾਸ। ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਕਿ ਜਿਨ੍ਹਾਂ ਦੇ ਹਿਰਦੇ ਅੰਦਰ, ਹਿਰਦੇ ਦੇ ਵਿੱਚ ਹਰੀ ਪਰਮੇਸ਼ਰ ਦਾ, ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ, ਭਾਵ ਪਰਮੇਸ਼ਰ ਦਾ ਨਾਮ ਜਪ ਜਪ ਕੇ ਹਿਰਦਾ ਰੂਪੀ ਖਜ਼ਾਨਾ ਨਾਮ ਦੇ ਨਾਲ ਭਰ ਲਿਆ ਹੈ। ਤਿਨ ਕੇ ਕਾਜ ਦਈਏ ਆਂਦੇ ਰਾਸ, ਉਹਨਾਂ ਦੇ ਕਾਜ ਕਾਰਜ ਦਈਏ ਪ੍ਰੇਰਕ ਪਰਮੇਸ਼ਰ ਨੇ ਸਚਾਈ ਵਿੱਚ ਲਿਆਂਦੇ ਹਨ। ਤਿਨ ਚੂਕੀ ਮੁਹਤਾਜੀ ਲੋਕਨ ਕੀ, ਹਾਰ ਪ੍ਰਭ ਅੰਗ ਕਰ ਬੈਠਾ ਪਾਸ। ਕਿ ਉਹਨਾਂ ਦੀ ਲੋਕਾਂ ਦੀ ਮੁਹਤਾਜੀ ਅਧੀਨਗੀ ਕਰਨੀ ਚੁੱਕੀ ਗਈ ਹੈ, ਦੂਰ ਹੋ ਗਈ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਹੈ, ਕਿ ਤਿਨ ਚੂਕੀ ਮੁਹਤਾਜੀ ਲੋਕਨ ਕੀ, ਉਹਨਾਂ ਦੀ ਲੋਕਾਂ ਦੀ ਮੁਹਤਾਜੀ ਜਿਹੜੀ ਹੁੰਦੀ ਹੈ ਉਹ ਅਧੀਨਗੀ ਹੁੰਦੀ ਹੈ, ਲੋਕਾਂ ਦੇ ਅਧੀਨ ਰਹਿਣਾ। ਉਹ ਨਾਮ ਜਪਣ ਵਾਲਿਆਂ ਦੀ, ਜਿਨ੍ਹਾਂ ਕੋਲੇ ਨਾਮ ਦਾ ਖਜ਼ਾਨਾ ਹੈ, ਉਹਨਾਂ ਦੇ ਉੱਤੋਂ ਅਧੀਨਗੀ ਚੁੱਕੀ ਜਾਂਦੀ ਹੈ। ਕਿਉਂਕਿ ਹਰ ਪ੍ਰਭ ਅੰਗ ਕਰ ਬੈਠਾ ਪਾਸ, ਜਦੋਂ ਨਾਮ ਦਾ ਖਜ਼ਾਨਾ ਹਿਰਦੇ ਵਿੱਚ ਟਿਕ ਗਿਆ। ਤਦ ਮਹਾਰਾਜ ਜੀ ਸਮਝਾ ਰਹੇ ਹਨ ਕਿ ਕਿਉਂਕਿ ਹਰੀ ਵਾਹਿਗੁਰੂ ਉਹਨਾਂ ਦਾ ਅੰਗ, ਉਹਨਾਂ ਦਾ ਪੱਖ ਕਰਕੇ ਪਾਸ ਕੋਲ ਬੈਠਾ ਹੈ। ਕੋਲ ਬੈਠਣ ਕਰਕੇ ਉਹਨਾਂ ਦੀ ਅਧੀਨਗੀ ਮੁਥਾਜੀ ਹੈ ਜਿਹੜੀ ਉਹ ਚੁੱਕੀ ਗਈ ਹੈ। ਜਾਂ ਕਰਤਾ ਬਲ ਤਾਂ ਸਭ ਕੋ ਬਲ, ਜਦੋਂ ਕਰਤਾ ਰਚਨਹਾਰ ਪਰਮੇਸ਼ਰ ਤਰਫ ਹੋਵੇ, ਬਲ ਹੋਵੇ, ਤਾਂ ਸਾਰੇ ਕੋਈ ਉਸ ਦੇ ਬਲ, ਉਸ ਦੇ ਤਰਫ ਪਿਆਰ ਨਾਲ ਤੱਕਦੇ ਹਨ। ਜਿਹਦਾ ਸਤਿਗੁਰ ਸੱਚਾ ਪਾਤਸ਼ਾਹ ਬਣ ਜਾਂਦਾ ਹੈ, ਉਸ ਦੇ ਸਾਰੇ ਹੀ ਫਿਰ ਬਣ ਜਾਂਦੇ ਹਨ। ਅਤੇ ਸਭ ਦਰਸ਼ਨ ਦੇਖ ਕਰਹਿ ਸਵਾਸ, ਸਾਰੇ ਉਸ ਪੁਰਖ ਦੇ ਦਰਸ਼ਨ ਦੀਦਾਰ ਵੇਖ ਕਰਕੇ ਸੋਭਾ ਦੇਣਾ ਕਰਦੇ ਹਨ, ਵਡਿਆਈ ਦੇਣਾ ਕਰਦੇ ਹਨ। ਜਿਸ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਵਸ ਗਿਆ ਹੈ ਤੇ ਉਸ ਦਾ ਅੰਗ ਪੱਖ ਪਰਮੇਸ਼ਰ ਕਰਦਾ ਹੈ, ਫਿਰ ਉਸ ਦੇ ਕੋਲ ਪਰਮੇਸ਼ਰ ਰਹਿੰਦਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਸਾਹਾ ਪਾਤਸ਼ਾਹ ਸਭ ਹਰ ਕਾ ਕੀਆ। ਸਾਹੂਕਾਰ ਅਤੇ ਪਾਤਸ਼ਾਹ ਬਾਦਸ਼ਾਹ ਆਦਿ ਸਾਰਾ ਕੁਝ ਹਰੀ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਹੈ। ਸਾਹਾ ਪਾਤਸ਼ਾਹ ਸਭ ਹਰ ਕਾ ਕੀਆ, ਸਾਹ ਸਾਹੂਕਾਰ ਤੇ ਪਾਤਸ਼ਾਹ ਜੋ ਦੁਨੀਆ ਦਾ ਬਾਦਸ਼ਾਹ ਹੁੰਦਾ ਹੈ, ਰਾਜਾ ਹੁੰਦਾ ਹੈ, ਕਿ ਸਾਰਾ ਕੁਝ ਹਰੀ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਹੈ। ਭਗਤ ਜਨਾਂ ਨੂੰ ਸਾਰੇ ਸਭ ਜਨ ਕੋ ਆਏ ਕਰਹਿ ਰਹਿ ਰਾਸ, ਕਿ ਭਗਤ ਜਨਾਂ ਨੂੰ ਸਾਰੇ ਆ ਕੇ ਰਹਿ ਰਾਸ ਬੇਨਤੀਆਂ ਨਮਸਕਾਰ ਕਰਦੇ ਹਨ। ਸਾਹੂਕਾਰਾਂ ਦੀ ਨਿਆਈ ਕੁਬੇਰ ਭੰਡਾਰੀ ਅਤੇ ਪਾਤਸ਼ਾਹ ਦੀ ਨਿਆਈ ਬ੍ਰਹਮਾ ਹੈ ਜੇ, ਇਹ ਸਾਰੇ ਹਰੀ ਪਰਮੇਸ਼ਰ ਨੇ ਹੀ ਪੈਦਾ ਕੀਤੇ ਹਨ। ਇਉਂ ਸਾਰੇ ਪਰਮੇਸ਼ਰ ਦੇ ਭਗਤ ਜਨਾਂ ਦੇ ਅੱਗੇ ਆ ਕੇ ਰਹੋ ਰੀਤੀ ਅਨੁਸਾਰ ਇਹ ਬ੍ਰਹਮਾ ਤੇ ਕੁਬੇਰ ਭੰਡਾਰੀ ਵਰਗੇ ਆ ਕੇ ਭਗਤ ਜਨਾਂ ਦੇ ਅੱਗੇ ਨਮਸਕਾਰ ਕਰਦੇ ਹਨ, ਬੇਨਤੀਆਂ ਕਰਦੇ ਹਨ। ਪੂਰੇ ਗੁਰ ਕੀ ਵੱਡੀ ਵਡਿਆਈ, ਪੂਰਿਆਂ ਸਤਿਗੁਰਾਂ ਦੀ ਬਹੁਤ ਵੱਡੀ ਵਡਿਆਈ ਹੈ, ਮਹਿਮਾ ਹੈ। ਹਰ ਵੱਡਾ ਸੇਵ ਅਤੁੱਲ ਸੁਖ ਪਾਇਆ, ਹਰੀ ਵਾਹਿਗੁਰੂ ਨੂੰ ਜੋ ਸਾਰਿਆਂ ਤੋਂ ਵੱਡਾ ਹੈ, ਹਰੀ ਵਾਹਿਗੁਰੂ ਜੋ ਸਾਰਿਆਂ ਤੋਂ ਵੱਡਾ ਹੈ, ਜਿਨ੍ਹਾਂ ਨੇ ਗੁਰਾਂ ਦੁਆਰਾ ਉਸ ਹਰੀ ਵਾਹਿਗੁਰੂ ਦਾ ਸੇਵਨ ਕੀਤਾ ਹੈ, ਉਹਨਾਂ ਨੇ ਅਤੁੱਲ
ਤੋਲਣ ਤੋਂ ਰਹਿਤ ਹਰੀ ਵਾਹਿਗੁਰੂ ਦਾ ਸੁਖ ਪਾਉਣਾ ਕੀਤਾ ਹੈ। ਗੁਰ ਪੂਰੈ ਦਾਨ ਦੀਆ ਹਰ ਨਿਹਚਲ, ਪੂਰਿਆਂ ਸਤਿਗੁਰਾਂ ਨੂੰ ਨਾਮ ਦਾ ਦਾਨ ਹਰੀ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ, ਜੋ ਨਿਹਚਲ ਅਚਲ ਰਹਿਣ ਵਾਲਾ ਹੈ, ਕਦੇ ਵੀ ਨਾਸ ਨਹੀਂ ਹੁੰਦਾ। ਅਤੇ ਨਿਤ ਬਖਸ਼ੇ ਚੜ੍ਹੈ ਸਵਾਇਆ, ਅਤੇ ਗੁਰੂ ਸਾਹਿਬ ਜੀ ਨਿਤਾਂ ਪ੍ਰਤੀ ਗੁਰਸਿੱਖਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹਨ। ਸਤਿਗੁਰਾਂ ਨੂੰ ਵਾਹਿਗੁਰੂ ਦਾ ਨਾਮ ਪਰਮੇਸ਼ਰ ਵੱਲੋਂ ਮਿਲਿਆ ਹੈ, ਅਤੇ ਸਤਿਗੁਰੂ ਗੁਰੂ ਸਿੱਖਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹਨ, ਅਤੇ ਉਹਨਾਂ ਦਾ ਆਨੰਦ ਚੜ੍ਹੈ ਸਵਾਇਆ ਦੂਣਾ ਚੌਣਾ ਵੱਧਦਾ ਰਹਿੰਦਾ ਹੈ, ਤੁਰੀਆ ਅਵਸਥਾ ਤੱਕ ਚੜ੍ਹਦਾ ਹੈ ਕਿ ਚੌਥੀ ਭੂਮਿਕਾ ਤੱਕ ਚੜ੍ਹਦਾ ਹੈ। ਕੋਈ ਨਿੰਦਕ ਵਡਿਆਈ ਦੇਖ ਨਾ ਸਕੈ। ਜੇ ਕੋਈ ਨਿੰਦਕ ਨਿੰਦਿਆ ਕਰਨ ਵਾਲਾ ਪੁਰਸ਼ ਸਤਿਗੁਰਾਂ ਦੀ ਭਗਤਾਂ ਦੀ ਵਡਿਆਈ ਮਹਿਮਾ ਦੇਖ ਨਹੀਂ ਸਕਦਾ, ਸੋ ਕਰਤਾ ਆਪ ਪਚਾਇਆ, ਸੋ ਉਹ ਕਰਤਾ ਰਚਨਹਾਰ ਪਰਮੇਸ਼ਰ ਨੇ ਆਪ ਹੀ ਪਚਾਇਆ, ਆਪ ਹੀ ਸਾੜਿਆ ਹੈ। ਭਾਵ ਸਿਰਜਣਹਾਰ ਨੇ ਆਪ ਹੀ ਉਸ ਨੂੰ ਈਰਖਾ ਦੀ ਅੱਗ ਵਿੱਚ ਦਗਾ ਕੀਤਾ ਹੈ। ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਦਾਸ ਤਾਂ ਕਰਤੇ ਸਿਰਜਣਹਾਰ ਪਰਮੇਸ਼ਰ ਦੇ ਗੁਣ ਬੋਲਦੇ ਹਾਂ, ਭਾਵ ਗੁਣ ਗਾਉਂਦੇ ਹਾਂ, ਜੋ ਆਪਣਿਆਂ ਭਗਤ ਜਨਾਂ ਨੂੰ ਹਮੇਸ਼ਾ ਰੱਖਦਾ ਆਇਆ ਹੈ। ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਅਸੀਂ ਜਨ ਅਸੀਂ ਦਾਸ ਤਾਂ ਸਿਰਜਣਹਾਰ ਪਰਮੇਸ਼ਰ ਦੇ ਗੁਣ ਬੋਲਦੇ ਭਾਵ ਗਾਉਂਦੇ ਹਾਂ, ਜੋ ਆਪਣਿਆਂ ਭਗਤ ਜਨਾਂ ਨੂੰ ਹਮੇਸ਼ਾ ਰੱਖਦਾ ਆਇਆ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਤੂੰ ਸਾਹਿਬ ਅਗਮ ਦਿਆਲ ਹੈ, ਬੜ ਦਾਣਾ ਦਾ ਬੜ ਦਾਤਾ ਦਾਣਾ। ਹੇ ਪਰਮੇਸ਼ਰ ਮਾਲਕ, ਤੂੰ ਮਨ ਦੀ ਹੰਗਤਾ ਤੋਂ ਪਰੇ ਦਇਆਲ ਦਇਆ ਦਾ ਘਰ ਹੈ, ਵੱਡਾ ਦਾਤਾ ਹੋਣ ਕਰਕੇ ਸਾਰਿਆਂ ਨੂੰ ਰੋਜੀ ਦੇਣ ਵਾਲਾ ਦਾਣਾ ਦਾਨਾ ਹੈ, ਅਰਥਾਤ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ। ਤੁਧ ਜੇਵੜ ਮੈਂ ਹੋਰ ਕੋ ਦਿਸ ਨਾ ਆਵਈ, ਹੇ ਮਹਾਰਾਜ ਮੈਨੂੰ ਤੁਧ ਤੇਰੇ ਜਿੱਡਾ ਵੱਡਾ ਹੋਰ ਕੋਈ ਦਿਸ ਦ੍ਰਿਸ਼ਟੀ ਵਿੱਚ ਦੇਖਣ ਵਿੱਚ ਨਹੀਂ ਆਉਂਦਾ। ਤੂੰ ਹੈ ਸੁਗੜ ਮੇਰਾ ਮਨ ਭਾਣਾ, ਕਿ ਤੂੰ ਹੈ ਤੂੰ ਹੀ ਸੁਗੜ ਸ੍ਰੇਸ਼ਟ, ਸਭ ਗੁਣਾਂ ਦੀਆਂ ਘਾੜਤਾਂ ਨੂੰ ਘੜਨ ਵਾਲਾ ਮੇਰੇ ਹਿਰਦੇ ਨੂੰ ਭਾਣਾ ਭਾਉਂਦਾ ਹੈ, ਭਾਵ ਪਿਆਰਾ ਲੱਗਦਾ ਹੈ। ਮੋਹ ਕਟੰਬ ਦਿਸ ਆਵਦਾ, ਸਭ ਚੱਲਣ ਹਾਰਾ ਆਵਣ ਜਾਣਾ। ਜਿਹੜਾ ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਦਾ ਮੋਹ ਦਿਸਣ ਵਿੱਚ ਆਉਂਦਾ ਹੈ, ਮੋਹ ਕਟੰਬ ਦਿਸ ਆਵਦਾ, ਸਭ ਚੱਲਣ ਹਾਰਾ ਆਵਣ ਜਾਣਾ, ਕਿ ਜਿਹੜਾ ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਦਾ ਮੋਹ ਦਿਸਣ ਵਿੱਚ ਆਉਂਦਾ ਹੈ, ਇਹ ਸਾਰਾ ਚੱਲਣ ਹਾਰਾ ਬਿਨਸਨਹਾਰ ਹੈ। ਤੇ ਇਸ ਕਰਕੇ ਸੰਸਾਰ ਵਿੱਚ ਜੀਵ ਜਨਮ ਧਾਰ ਕੇ ਆਉਂਦਾ ਤੇ ਮਰ ਕੇ ਜਾਂਦਾ ਹੈ। ਇਸ ਵਧੇ ਹੋਏ ਪਰਿਵਾਰ ਦੇ ਵਿੱਚ ਮੋਹ ਹੋਣ ਕਰਕੇ ਜੋ ਬਿਨ ਸੱਚੇ ਹੋਰਤ ਚਿੱਤ ਲਾਏ ਦੇ, ਜਿਹੜੇ ਸੱਚੇ ਪਾਤਸ਼ਾਹ ਤੋਂ ਬਗੈਰ ਹੋਰ ਕਿਸੇ ਪਦਾਰਥਾਂ ਵਿੱਚ ਹਿਰਦੇ ਨੂੰ ਲਾਉਂਦੇ ਹਨ, ਚਿੱਤ ਨੂੰ ਲਾਉਂਦੇ ਹਨ, ਸੇ ਕੁੜਿਆਰ ਕੂੜਾ ਤਨਵਾਣਾ, ਕਿ ਉਹ ਕੁੜਿਆਰ ਉਹ ਝੂਠੇ ਪੁਰਖ ਹਨ। ਜਿਹੜੇ ਸੱਚੇ ਪਾਤਸ਼ਾਹ ਤੋਂ ਬਗੈਰ ਹੋਰ ਕਿਸੇ ਪਦਾਰਥਾਂ ਵਿੱਚ ਚਿੱਤ ਲਾਉਂਦੇ ਹਨ, ਉਹ ਕੁੜਿਆਰ ਝੂਠੇ ਪੁਰਸ਼ ਹਨ, ਅਤੇ ਉਹਨਾਂ ਦਾ ਮਾਣਾ ਮਾਣ ਵੀ ਝੂਠਾ ਹੈ। ਉਹਨਾਂ ਦਾ ਝੂਠੇ ਪਦਾਰਥਾਂ ਦੇ ਰਸ ਨੂੰ ਮਾਨਣਾ ਵੀ ਫਿੱਕਾ ਹੀ ਹੈ। ਨਾਨਕ ਸੱਚ ਧਿਆਏ ਤੂੰ, ਬਿਨ ਸੱਚੇ ਪਚ ਪਚ ਮੂਏ ਅਜਾਣਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਿਆਰਿਆ, ਤੂੰ ਸੱਚੇ ਨਾਮ ਨੂੰ ਧਿਆਉਣਾ ਕਰ,
ਸੱਚੇ ਨਾਮ ਤੋਂ ਬਗੈਰ ਅਜਾਣਾ ਅਗਿਆਤ ਪੁਰਖ ਪਚ ਪਚ ਪਲਚ ਪਲਚ ਕੇ ਸੜ ਸੜ ਕੇ ਮਰ ਗਏ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਨਾਲ ਸਮਝਾਉਣਾ ਕੀਤਾ ਹੈ। ਨਾਨਕ ਸੱਚ ਧਿਆਏ ਤੂੰ, ਬਿਨ ਸੱਚੇ ਪਚ ਪਚ ਮੂਏ ਅਜਾਣਾ। ਮਹਾਰਾਜ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ, ਇਸ ਜੀਵਾਂ ਨੂੰ ਪਿਆਰ ਨਾਲ ਸਮਝਾ ਰਹੇ ਹਨ, ਕਹਿ ਰਹੇ ਹਨ ਕਿ ਹੇ ਪਿਆਰਿਆ, ਤੂੰ ਸੱਚੇ ਨਾਮ ਨੂੰ ਧਿਆਉਣਾ ਕਰ। ਸੱਚੇ ਨਾਮ ਤੋਂ ਬਗੈਰ ਅਜਾਣਾ ਅਗਿਆਤ ਪੁਰਸ਼, ਗਿਆਨ ਤੋਂ ਹੀਣਾ ਪੁਰਸ਼ ਕਿ ਪਲਚ ਪਲਚ ਕੇ ਸੜ ਸੜ ਕੇ ਮਰ ਗਏ ਹਨ। ਸ਼ਲੋਕ ਮਹੱਲਾ ਚੌਥਾ। ਅੱਗੋਂ ਦੇ ਸਤ ਭਾਉ ਨ ਦਿਚੈ, ਪਿੱਛੋਂ ਦੇ ਆਖਿਆ ਕੰਮ ਨ ਆਵੈ। ਮਹਾਰਾਜ ਜੀ ਬੜੇ ਹੀ ਵਿਸਤਾਰ ਨਾਲ ਸਮਝਾ ਰਹੇ ਹਨ ਕਿ ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬੌਲੀ ਸਾਹਿਬ ਰਚੀ ਹੈ, ਭਾਵ ਸਾਰਿਆਂ ਤੀਰਥਾਂ ਵਿੱਚੋਂ ਉੱਤਮ ਤੀਰਥ ਸ੍ਰੀ ਗੋਇੰਦਵਾਲ ਸਾਹਿਬ 84 ਪੌੜੀਆਂ ਸਹਿਤ ਤਿਆਰ ਹੋ ਗਈਆਂ। 84 ਪੌੜੀਆਂ ਬੌਲੀ ਸਾਹਿਬ ਤਿਆਰ ਹੋ ਗਿਆ, ਤਾਂ ਹਜੂਰ ਨੇ ਆਪਣੇ ਪਿਆਰੇ ਸੇਵਕ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਕਿ ਹੇ ਪੁਰਖਾ, ਹੁਣ ਇਸ ਦੀ ਚੱਠ ਕਰਨੀ ਚਾਹੀਦੀ ਹੈ। ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ 7 ਬਚਨ ਕਿਹਾ ਤੇ ਗੁਰੂ ਅਮਰਦਾਸ ਜੀ ਨੇ ਚੱਠ ਵਾਲਾ ਦਿਨ ਰੱਖਿਆ ਅਤੇ ਸਾਰੇ ਸਾਧੂਆਂ ਫਕੀਰਾਂ ਬ੍ਰਹਮਾ ਅਭਿਆਗਤ ਆਦਿਕਾਂ ਨੂੰ ਸੱਦਾ ਭੇਜਿਆ ਤੇ ਮਰਵਾਹਿਆਂ ਦੇ ਗੁਰੂ ਨੂੰ ਵੀ ਸੱਦਾ ਭੇਜਿਆ ਗਿਆ, ਪਰ ਉਹ ਨਾ ਆਇਆ। ਮਰਵਾਹਿਆਂ ਦਾ ਗੁਰੂ ਸੀ ਜਿਹੜਾ, ਉਹ ਨਾ ਆਇਆ। ਇਸ ਸ਼ਬਦ ਵਿੱਚ ਚੌਥੇ ਪਾਤਸ਼ਾਹ ਤਪੇ ਦੀ ਬੇਮੁਖਤਾ ਅਤੇ ਜਦੋਂ ਸਿੱਖ ਨਿਉਂਦਾ ਦੇਣ ਗਏ ਉਦੋਂ ਦਾ ਹਾਲ ਸ਼ਬਦ ਰਾਹੀਂ ਉਚਾਰਨ ਕਰਦੇ ਹਨ ਕਿ ਉਹ ਜਿਹੜਾ ਮਰਵਾਹਿਆਂ ਦਾ ਗੁਰੂ ਆਇਆ ਨਹੀਂ ਸੀ ਤੇ ਸਤਿਗੁਰੂ ਦੇ ਸੇਵਕ ਉਸ ਨੂੰ ਜਦੋਂ ਨਿਉਂਦਾ ਦੇਣ ਗਏ, ਸੱਦਣ ਗਏ ਵੀ ਤੂੰ ਵੀ ਆ ਤੇ ਬੌਲੀ ਸਾਹਿਬ ਦੀ ਚੱਠ ਕਰਨੀ ਹੈ ਅੱਜ, ਭਾਵ ਉਦਘਾਟਨ ਕਰਨਾ ਹੈ, ਤਾਂ ਉਹ ਆਇਆ ਨਾ। ਮਹਾਰਾਜ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ, ਅੱਗੋਂ ਦੇ ਸਤ ਭਾਉ ਨ ਦਿਚੈ, ਪਿੱਛੋਂ ਦੇ ਆਖਿਆ ਕੰਮ ਨ ਆਵੈ। ਮਹਾਰਾਜ ਜੀ ਕਹਿਣ ਲੱਗੇ ਅੱਗੋਂ ਦੇ, ਪਹਿਲਾਂ ਸਤ ਸਰਦਾ ਕਰਕੇ ਸਤ ਭਾਉ ਸੱਚੇ ਪ੍ਰੇਮ ਨਾਲ ਨਿਉਂਦਾ ਦਿੱਤਾ, ਜੋ ਤਪੇ ਨੇ ਮੰਨਿਆ ਨਹੀਂ, ਗੁਰੂ ਜੀ ਦੇ ਦਿੱਤੇ ਨਿਮੰਤਰ ਦਾ ਸਤਿਕਾਰ ਨਾ ਕੀਤਾ। ਹੁਣ ਪਿੱਛੋਂ ਦਾ ਆਖਿਆ ਕਿਸੇ ਕੰਮ ਨਹੀਂ ਆਉਂਦਾ। ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਦੀ ਚੱਠ ਕੀਤੀ, ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਸੰਗਤਾਂ ਨੂੰ ਨਿਉਂਦੇ ਨਾਲ ਕਹਿ ਕੇ ਤਪੇ ਨੂੰ ਨਿਮੰਤਰ ਭੇਜ ਦਿਓ, ਭਾਵ ਕੋਈ ਸੱਦਾ ਭੇਜ ਦਿਓ। ਸੇਵਕ ਗਏ ਲਿਖਤੀ ਰੂਪ ਲੈ ਕੇ, ਤਾਂ ਅੱਗੋਂ ਤਪੇ ਨੂੰ ਕਿਹਾ ਕਿ ਤਪਾ ਜੀ ਆਪ ਚੱਲ ਕੇ ਭੋਜਨ ਛਕੋ ਤੇ 1-1 ਰੁਪਈਏ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਭੋਜਨ ਛਕਾ ਕੇ ਦਛਣਾ ਮਿਲੇਗੀ। ਜਦ ਇਹ ਤਪਾ ਨਾ ਆਇਆ ਤਾਂ ਫੇਰ ਦੁਬਾਰੇ ਗਏ, ਕਹਿਣ ਲੱਗੇ 2 ਰੁਪਈਏ ਦਿੱਤੇ ਜਾਣਗੇ, ਫੇਰ ਵੀ ਨਹੀਂ ਆਇਆ ਤੇ ਫਿਰ 5 ਤੋਂ 7 ਰੁਪਏ ਵੀ ਕਹਿ ਕੇ ਫਿਰ ਵੀ ਅੱਗੇ ਤਪੇ ਨੇ ਕਿਹਾ ਕਿ ਅਸੀਂ ਨਹੀਂ ਜਾਣਾ ਭੋਜਨ ਛਕਣ ਵਾਸਤੇ। ਅਤੇ ਜਦੋਂ ਗੁਰੂ ਜੀ ਦੁਬਾਰਾ ਨਿਉਂਦਾ ਭੇਜਿਆ, ਸੁਨੇਹਾ ਭੇਜਿਆ ਕਿ 1-1 ਮੋਹਰ ਭੋਜਨ ਛਕਣ ਵਾਲਿਆਂ ਨੂੰ ਦਿੱਤੀ ਜਾਏਗੀ, ਜਿਹੜਾ ਭੋਜਨ ਛਕ ਕੇ ਜਾਏਗਾ ਉਸ ਨੂੰ 1-1 ਮੋਹਰ ਦਿੱਤੀ ਜਾਏਗੀ। ਤਾਂ ਫੇਰ ਸੋਚਣ ਲੱਗਿਆ ਤਪਾ ਕਿ 1 ਬ੍ਰਾਹਮਣੀ ਦੀ, 1 ਪੁੱਤਰ ਦੀ ਤੇ 1 ਮੋਹਰ ਮੇਰੀ ਆ ਜਾਏਗੀ, ਇਉਂ 3 ਮੋਹਰਾਂ ਆ ਜਾਣਗੀਆਂ। ਅਤੇ ਫਿਰ ਲਾਲਚ ਵਸ ਹੋ ਕੇ
ਕਹਿਣ ਲੱਗਿਆ ਕਿ ਗੁਰੂ ਸਾਹਿਬ ਜੀ ਨੂੰ ਕਹੋ ਕਿ ਮੈਂ ਆਉਂਦਾ ਹਾਂ, ਭੋਜਨ ਛਕਾਂਗਾ। ਉਧਰ ਪੰਗਤਾਂ ਸਾਰੀਆਂ ਲੱਗ ਗਈਆਂ, ਬੈਠਣ ਲਈ ਕਿਤੇ ਵੀ ਜਗ੍ਹਾ ਨਹੀਂ ਸੀ, ਸਾਰੇ ਦਰਵਾਜ਼ੇ ਬੰਦ ਕਰ ਦਿੱਤੇ। ਪਿੱਛੋਂ ਦੇ ਆਖਿਆ ਕੰਮ ਨਾ ਆਵੈ, ਕਿ ਫਿਰ ਪਿੱਛੋਂ ਆ ਕੇ ਕਹਿਆ ਕੀ ਕੰਮ ਆਉਂਦਾ ਸੀ ਜਦੋਂ ਪਹਿਲੇ ਸੱਦੇ ਤੇ ਨਾ ਆਇਆ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੈ। ਉਹ ਬ੍ਰਾਹਮਣੀ ਵੜਨ ਨਹੀਂ ਦਿੱਤੀ, ਜੋ ਉਸ ਦੇ ਘਰ ਵਾਲੀ ਸੀ ਤਪੇ ਦੇ, ਉਹ ਉਧਰੋਂ ਫਿਰ ਵੜਨ ਨਾ ਦਿੱਤੀ ਅੰਦਰ। ਕਹਿੰਦੀ ਗੁਰੂ ਨਾਲ ਬੈਰ ਕਰਦਾ ਹੈ, ਗੁਰੂ ਨਾਲ ਬੈਰ ਕਰਦਾ ਹੈ। ਇੱਥੇ ਆਪਾਂ ਨੂੰ ਮੋਹਰਾਂ ਆ ਜਾਣੀਆਂ ਸਨ, ਜੇ ਤੂੰ ਗੁਰੂ ਨਾਲ ਬੈਰ ਨਾ ਕਰਦਾ, ਨਾਲੇ ਭੋਜਨ ਛਕਦੇ, ਨਾਲੇ ਆਪਾਂ ਨੂੰ ਮੋਹਰਾਂ ਮਿਲ ਜਾਣੀਆਂ ਸੀ। ਇਉਂ ਅੱਧ ਵਿੱਚ ਦੁਚਿੱਤੇਪਣ ਭਾਵ ਅੱਧ ਵਿਚਕਾਰ ਗਲੀਆਂ ਵਿੱਚ ਮਨਮੁਖ ਵਿਚਾਰਾ ਤੁਰਿਆ ਫਿਰਦਾ ਹੈ। ਜਿਹੜਾ ਗੱਲਾਂ ਨਾਲ ਤਿਆਗੀ ਬਣਦਾ ਸੀ, ਉਹ ਹੁਣ ਕਿਵੇਂ ਸੁਖ ਪਾਵੇਗਾ। ਇਸ ਅੱਗੇ ਮਹਾਰਾਜ ਜੀ ਸਮਝਾ ਰਹੇ ਹਨ। ਦੂਸਰਾ ਭਾਵ ਹੈ ਇਸ ਦਾ ਕਿ ਅੱਗੋਂ ਦੇ ਸਤ ਭਾਉ ਨਾ ਦਿਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ। ਕਿ ਅੱਗੋਂ ਦੇ ਪਹਿਲਾਂ ਬਾਲਕ ਅਵਸਥਾ ਹੁੰਦੀ ਹੈ ਅਤੇ ਫਿਰ ਯੁਵਾ ਅਵਸਥਾ, ਜਵਾਨੀ ਅਵਸਥਾ ਵਿੱਚ ਗੁਰੂ ਸਾਹਿਬ ਜੀ ਦੇ ਸੱਚੇ ਉਪਦੇਸ਼ ਵਿੱਚ ਜੀਵ ਪ੍ਰੇਮ ਨਹੀਂ ਦਿੰਦੇ, ਭਾਵ ਉਪਦੇਸ਼ ਨੂੰ ਧਾਰਨ ਨਹੀਂ ਕਰਦੇ। ਅਤੇ ਜਦੋਂ ਅੰਤ ਵੇਲਾ ਜਮਦੂਤ ਪਕੜ ਲੈਂਦਾ ਹੈ, ਪਿੱਛੋਂ ਜਮਦੂਤਾਂ ਨੂੰ ਕਹਿਆ ਹੋਇਆ ਜੀਵ ਦਾ ਕਿਸੇ ਕੰਮ ਨਹੀਂ ਆਉਂਦਾ ਕਿ ਹੁਣ ਛੱਡ ਦਿਓ, ਨਾਮ ਜਪ ਲਵਾਂਗਾ, ਫਿਰ ਉਹ ਜਮਦੂਤ ਨਹੀਂ ਛੱਡਦੇ। ਇਬਕੇ ਰਾਹੇ ਜੰਮਣ ਨਾਹੀ, ਪਛਤਾਣੇ ਸਿਰ ਭਾਰੋ। ਫਿਰ ਸਿਰ ਦੇ ਉੱਤੇ ਭਾਰੇ ਬੱਜਰ ਪਾਪ ਹੁੰਦੇ ਹਨ, ਉਹ ਪਏ ਹੁੰਦੇ ਹਨ, ਉਹਨਾਂ ਦਾ ਦੁੱਖ ਭੋਗਣਾ ਪੈਂਦਾ ਹੈ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੈ। ਇਉਂ ਮਨਮੁਖ ਵਿਚਾਰਾ ਅੱਧ ਵਿਚਾਲੇ ਟੇਢੀਆਂ ਜੂਨਾਂ ਵਿੱਚ ਫਿਰਦਾ ਰਹਿੰਦਾ ਹੈ। ਮਨੁੱਖਾ ਜਨਮ ਪਾ ਕੇ ਮੁਕਤ ਨਹੀਂ ਹੁੰਦਾ। ਗਿਆਨ ਦੀਆਂ ਗੱਲਾਂ ਮਾਰਦਾ ਸੀ ਕਿ ਇਹ ਬ੍ਰਹਮਾਸਮੀ ਹਾਂ, ਪਰ ਅੰਦਰੋਂ ਗਿਆਨ ਹੋਇਆ ਨਹੀਂ। ਦੱਸੋ ਗੱਲਾਂ ਨਾਲ ਕਿਵੇਂ ਸੁਖ ਪਾਵੇਗਾ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰੂ ਕੀ, ਜਿਸ ਦੇ ਅੰਦਰ, ਜਿਸ ਦੇ ਹਿਰਦੇ ਵਿੱਚ ਸੱਚੇ ਸਤਿਗੁਰੂ ਦੀ ਲਾਗਨ ਨਹੀਂ ਹੈ, ਪ੍ਰੀਤੀ ਨਹੀਂ ਹੈ, ਉਸ ਦਾ ਸੰਗਤ ਵਿੱਚ ਆਉਣਾ, ਕੂੜੀ ਆਵੈ ਕੂੜੀ ਜਾਵੈ, ਉਸ ਦਾ ਸੰਗਤ ਵਿੱਚ ਆਉਣਾ ਜਾਣਾ ਝੂਠਾ ਹੀ ਹੈ। ਤੇ ਸਰਦਾ ਤੋਂ ਹੀਣਿਆਂ ਦਾ ਜਾਣਾ ਵੀ ਝੂਠਾ ਹੀ ਹੈ। ਭਾਵ ਗੁਰੂ ਦੇ ਦਰ ਤੇ ਆਉਣਾ ਜਾਣਾ ਉਸ ਦਾ ਲੋਕਾਚਾਰੀ ਹੈ ਕਿ ਜਦੋਂ ਹਿਰਦੇ ਦੇ ਵਿੱਚ ਪ੍ਰੇਮ ਹੀ ਨਹੀਂ, ਪ੍ਰੀਤੀ ਹੀ ਨਹੀਂ। ਜੇ ਕਿਰਪਾ ਕਰੇ ਮੇਰਾ ਸਤਿਗੁਰ ਪ੍ਰਭ ਕਰਤਾ, ਜੇਕਰ ਮੇਰਾ ਹਰੀ ਵਾਹਿਗੁਰੂ ਮਾਲਕ ਸਿਰਜਣਹਾਰ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਤਾਂ ਸਤਿਗੁਰੂ ਜੀ ਪਰਮੇਸ਼ਰ ਦਾ ਰੂਪ ਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਤਾਂ ਆਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੈ। ਤਾਦ ਸਤਿਗੁਰਾਂ ਦਾ ਸ਼ਬਦ ਉਪਦੇਸ਼ ਰੂਪੀ ਅੰਮ੍ਰਿਤ ਪੀਂਦਾ ਹੈ। ਜੇਕਰ ਮੇਰਾ ਹਰੀ ਵਾਹਿਗੁਰੂ ਮਾਲਕ ਸਿਰਜਣਹਾਰ ਕਿਰਪਾ ਦੀ ਦ੍ਰਿਸ਼ਟੀ ਕਰ ਦੇਵੇ, ਤਾਦ ਉਹ ਸਤਿਗੁਰਾਂ ਦਾ ਉਪਦੇਸ਼ ਰੂਪੀ ਅੰਮ੍ਰਿਤ ਪੀਂਦਾ ਹੈ। ਸਭ ਕਾੜਾ ਅੰਦੇਸਾ ਭਰਮ ਚੁਕਾਵੈ, ਕਿ ਫਿਰ ਸਾਰਾ ਕਾੜਾ ਦੁੱਖ, ਅੰਦੇਸਾ ਸੰਸਾ ਅਤੇ 5 ਪ੍ਰਕਾਰ ਦਾ ਭਰਮ ਭੁਲੇਖਾ ਚੁੱਕਿਆ ਜਾਂਦਾ ਹੈ। ਸਦਾ ਆਨੰਦ ਰਹੈ ਦਿਨ ਰਾਤੀ, ਜਨ ਨਾਨਕ ਆਨ ਦਿਨ ਹਰ ਗੁਣ ਗਾਵੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਸ੍ਰੇਸ਼ਟ ਜਨ ਆਨ ਦਿਨ ਰਾਤ ਦਿਨੇ
ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਉਹ ਪੁਰਸ਼ ਹਮੇਸ਼ਾ ਦਿਨ ਰਾਤ ਆਨੰਦ ਦੇ ਵਿੱਚ ਰਹਿੰਦੇ ਹਨ, ਖੁਸ਼ੀਆਂ ਦੇ ਵਿੱਚ ਰਹਿੰਦੇ ਹਨ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਭਾਈ ਗੁਰਦਾਸ ਜੀ ਬਾਲਕ ਰੂਪ ਵਿੱਚ ਆਏ ਸਨ। ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਸ ਭਾਈ ਗੁਰਦਾਸ ਜੀ ਬਾਲਕ ਰੂਪ ਦੇ ਵਿੱਚ ਆਏ ਸਨ। ਇੱਕ ਦਿਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਗੋਇੰਦਵਾਲ ਸਾਹਿਬ ਬੈਠੇ ਸਨ, ਤਾਂ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਮੈਨੂੰ ਗੁਰਸਿੱਖੀ ਦੀ ਦਾਤ ਅਤੇ ਰਹਿਣੀ ਰਹਿਤ ਬਖਸ਼ੋ। ਤਾਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਦੇ ਪ੍ਰਥਾਏ ਸਿੱਖੀ ਦੀ ਰਹਿਤ ਬਖਸ਼ ਕੇ ਸਮੂਹ ਸਿੱਖਾਂ ਨੂੰ ਸਿੱਖੀ ਦੀ ਰਹਿਤ ਬਾਰੇ ਦੱਸਿਆ। ਇਹ ਪਾਵਨ ਸ਼ਬਦ ਉਚਾਰਨ ਕੀਤਾ। ਬਾਅਦ ਵਿੱਚ ਇੱਥੇ ਸਿਧਾਂਤ ਨੂੰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਵੀ ਅੰਕਿਤ ਕੀਤਾ ਹੈ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜੋ ਪੂਜਨੀਕ ਸਤਿਗੁਰਾਂ ਦਾ ਸੱਚਾ ਸਿੱਖ ਅਖਵਾਉਂਦਾ ਹੈ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਹ ਭਲ ਕੇ ਪਾਹੋ ਫਟਾਲੇ ਭਾਵ ਹਰ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੇ। ਉਦਮ ਕਰੇ ਭਲ ਕੇ ਪ੍ਰਭਾਤੀ, ਕਿ ਭਲ ਕੇ ਹਰ ਰੋਜ਼ ਸਵੇਰੇ ਪ੍ਰਭਾਤੀ ਅੰਮ੍ਰਿਤ ਵੇਲੇ ਉੱਠ ਕੇ ਉਦਮ ਉਪਰਾਲਾ ਕਰੇ। ਤੇ ਪਹਿਲਾਂ ਖੂਹ 'ਤੇ ਇਸ਼ਨਾਨ ਨਹਾਉਣਾ ਕਰੇ, ਫਿਰ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ ਟੂੰਬੀ ਮਾਰ ਕੇ ਇਸ਼ਨਾਨ ਕਰੇ। ਇਹ ਅੰਮ੍ਰਿਤਸਰ ਦੇ ਇਰਦ ਗਿਰਦ ਰਹਿਣ ਵਾਲੇ ਗੁਰਸਿੱਖਾਂ ਵਾਸਤੇ ਸਰੋਵਰ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਨਿਯਮ ਬਣਾਇਆ ਗਿਆ ਸੀ, ਜੋ ਹੁਣ ਤੱਕ ਵੀ ਚੱਲਿਆ ਆ ਰਿਹਾ ਹੈ। ਹੁਣ ਖੂਹ ਦੀ ਜਗ੍ਹਾ ਟੂਟੀਆਂ 'ਤੇ ਇਸ਼ਨਾਨ ਕਰਕੇ ਸ਼ਰਧਾਲੂ ਸਰੋਵਰ ਵਿੱਚ ਟੂੰਬੀਆਂ ਲਾਉਂਦੇ ਹਨ। ਅੰਮ੍ਰਿਤਸਰ ਅੰਮ੍ਰਿਤ ਰੂਪ ਨਿਰਮਲ ਜਲ ਦੇ ਸਰੋਵਰ ਨਦੀ ਖੂਹ ਦੇ ਜਲ ਨਾਲ ਨਹਾਉਣਾ ਕਰੇ। ਸਤ ਸੰਗਤ ਰੂਪੀ ਅੰਮ੍ਰਿਤ ਦੇ ਸਰੋਵਰ ਵਿੱਚ ਮਨ ਦੀ ਮੈਲ ਲਾਹੁਣ ਰੂਪ ਨਹਾਉਣਾ ਕਰੇ। ਨਾਮ ਰੂਪ ਅੰਮ੍ਰਿਤ ਦੇ ਸਾਰ ਸਰੋਵਰ ਵਿੱਚ ਨਹਾਉਣਾ ਕਰੇ। ਜੋ ਅੰਮ੍ਰਿਤ ਦਾ ਸਰੋਵਰ ਸਤਿਗੁਰੂ ਜੀ ਹਨ, ਉਸ ਦੇ ਸ਼ਬਦ ਨੂੰ ਗ੍ਰਹਿਣ ਕਰਨ ਰੂਪ ਨਹਾਉਣਾ ਕਰੇ ਅਤੇ ਉਹਨਾਂ ਦੇ ਧਿਆਨ ਵਿੱਚ ਲੀਨ ਹੋਣ ਰੂਪ ਇਸ਼ਨਾਨ ਕਰੇ। ਇਸ ਪ੍ਰਕਾਰ ਅੰਮ੍ਰਿਤ ਦੇ ਸਰੋਵਰ ਬ੍ਰਹਮਾਨੰਦ ਵਿੱਚ ਇਸ਼ਨਾਨ ਕਰੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਸਤਿਗੁਰੂ ਸਾਹਿਬ ਜੀ ਦੀ ਉਪਦੇਸ਼ ਸੁਭ ਮਤ ਦੁਆਰਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਦੇ ਜਾਪ ਨੂੰ ਇੱਕ ਚਿੱਤ ਹੋ ਕੇ ਜਾਪਣਾ ਕਰੇ। ਸਭ ਕਿਲਿਬਕ ਪਾਪ ਦੋਖ ਲਹਿ ਜਾਵੈ। ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦੇ ਜਾਪ ਨੂੰ ਜਪਣਾ ਕਰੇਗਾ, ਉਸ ਦੇ ਸਾਰੇ ਕਿਲ ਵਿਖ ਤੇ ਕਿਲ ਨਿਸ਼ਚੇ ਕਰਕੇ ਵਿਖ ਜ਼ਹਿਰ ਰੂਪੀ ਪਾਪ ਗੁਨਾਹਾਂ ਦੇ ਦੋਸ਼ ਲੱਥ ਜਾਂਦੇ ਹਨ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਫਿਰ ਦਿਵਸ ਦਿਨ ਚੜ੍ਹੇ, ਦਿਨ ਚੜ੍ਹਦੇ ਗੁਰਬਾਣੀ ਗੁਰਾਂ ਦੀ ਬਾਣੀ ਨੂੰ ਕੀਰਤਨ ਰੂਪ ਵਿੱਚ ਗਾਉਣਾ ਕਰੇ। ਭਾਵ ਅੰਮ੍ਰਿਤ ਵੇਲੇ ਜਾਪ ਕਰਨਾ ਕਰੇ, ਕਿਉਂਕਿ ਉਸ ਸਮੇਂ ਮਨ ਇਕਾਗਰ ਹੁੰਦਾ ਹੈ ਅਤੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਅਤੇ ਬਹਿੰਦਿਆਂ ਉੱਠਦਿਆਂ ਹਰੀ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੇ। ਬਹਿੰਦਿਆਂ ਸਮਾਧੀ ਵਿੱਚ, ਉੱਠਦਿਆਂ ਭਾਵ ਸੰਸਾਰ ਤੋਂ ਉਪਰਾਮ ਹੁੰਦਿਆਂ ਹੋਇਆਂ ਹਰੀ ਦੇ ਨਾਮ ਨੂੰ ਧਿਆਉਣਾ ਕਰੋ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਜੋ ਸਿੱਖ ਸਵਾਸ ਲੈਂਦਿਆਂ ਤੇ ਗਰਾਸ ਗਰਾਹੀ ਭਾਵ ਭੋਜਨ ਖਾਂਦਿਆਂ ਹੋਇਆਂ ਮੇਰੇ ਹਰੀ ਵਾਹਿਗੁਰੂ ਨੂੰ ਧਿਆਉਂਦਾ ਹੈ, ਸੋ ਗੁਰਸਿੱਖ ਗੁਰੂ ਮਨ ਭਾਵੈ। ਉਹ ਗੁਰਸਿੱਖ ਗੁਰੂ ਦਾ ਸਿੱਖ ਗੁਰਾਂ ਨੂੰ ਹਿਰਦੇ ਵਿੱਚ ਭਾਉਂਦਾ ਹੈ, ਚੰਗਾ ਲੱਗਦਾ ਹੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ। ਜਿਸ ਦੇ ਤਾਈਂ ਮੇਰਾ ਸੁਆਮੀ ਮਾਲਕ ਪਰਮੇਸ਼ਰ ਮਿਹਰਬਾਨ ਹੁੰਦਾ ਹੈ।
ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਉਸ ਗੁਰਸਿੱਖ ਗੁਰੂ ਦੇ ਸਿੱਖ ਨੂੰ ਗੁਰੂ ਸਾਹਿਬ ਜੀ ਉਪਦੇਸ਼ ਸ਼ੁਭ ਸਿੱਖਿਆ ਸੁਣਾਉਂਦੇ ਹਨ। ਜਨ ਨਾਨਕ ਧੂੜ ਮੰਗੈ ਤੈਨ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸਤਿਗੁਰੂ ਜੀ ਕਥਨ ਕਰਦੇ ਹਨ, ਗੁਰੂ ਰਾਮਦਾਸ ਮਹਾਰਾਜ ਜੀ, ਕਿ ਅਸੀਂ ਸੇਵਕ ਬਣ ਕੇ ਉਸ ਗੁਰੂ ਦੇ ਸਿੱਖ ਦੀ ਚਰਨ ਧੂੜ ਮੰਗਦੇ ਹਾਂ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜੋ ਜਿਹੜਾ ਆਪ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਅਤੇ ਅਵਰੈ ਹੋਰਨਾਂ ਨੂੰ ਨਾਮ ਜਪਾਉਂਦਾ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਉਪਰੋਕਤ ਮਹੱਲੇ ਵਿੱਚ ਸਤਿਗੁਰਾਂ ਨੇ ਗੁਰਸਿੱਖ ਦਾ ਜੀਵਨ ਕਥਨ ਕੀਤਾ ਹੈ। ਅੱਗੇ ਪੌੜੀ ਦੇ ਅੰਦਰ ਸਮਝਾ ਰਹੇ ਹਨ। ਪੌੜੀ ਜੋ ਤਦ ਸੱਚ ਧਿਆਏਂਦੇ ਸੇ ਬਿਰਲੇ ਥੋੜੇ। ਹੇ ਸੱਚੇ ਪਾਤਸ਼ਾਹ, ਜਿਹੜੇ ਤੈਨੂੰ ਨਿਸ਼ਚੇ ਕਰਕੇ ਇਕਾਗਰ ਚਿੱਤ ਹੋ ਕੇ ਧਿਆਉਂਦੇ ਹਨ, ਉਹ ਦੁਨੀਆ ਵਿੱਚ ਥੋੜੇ ਬਿਰਲਿਆਂ 'ਚੋਂ ਵੀ ਬਿਰਲੇ ਘੱਟ ਤੋਂ ਘੱਟ ਹਨ। ਜੈਸਾ ਕਿ ਹੈਨ ਬਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਕਿ ਸੰਸਾਰ ਦੇ ਵਿੱਚ ਫਜ਼ੂਲ ਗੱਲਾਂ ਮਾਰਨ ਵਾਲੇ ਬਹੁਤ ਹਨ, ਪਰ ਨਾਮ ਜਪਣ ਵਾਲੇ ਬਿਰਲੇ ਹੀ ਹਨ। ਤੇ ਨਾ ਹੀ ਘਣੇ ਬਹੁਤੇ ਨਹੀਂ, ਕਿ ਹੈਨ ਬਿਰਲੇ 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 ਹੀ ਹਨ, ਬਹੁਤੇ ਨਹੀਂ। ਫੈਲ ਫੱਕੜ ਸੰਸਾਰ, ਇਹ ਸੰਸਾਰ ਫਜ਼ੂਲ ਗੱਲਾਂ ਦੇ ਵਿੱਚ ਹੀ ਲੱਗਿਆ ਹੋਇਆ ਹੈ। ਜੋ ਮਨ ਚਿੱਤ ਇੱਕ ਅਰਾਧ ਦੇ, ਤਿਨ ਕੀ ਵਰਕਤ ਖਾਹੇ ਅਸੰਖ ਕਰੋੜੇ। ਜਿਹੜੇ ਹਿਰਦੇ ਦੀ ਚਿਤਵਣੀ ਨਾਲ ਇੱਕ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਉਹਨਾਂ ਦੀ ਕਮਾਈ ਦੀ ਬਰਕਤ ਸ਼ਕਤੀ ਨਾਲ ਬੀਜਿਆ ਨਾਮ ਧਨ ਗਿਣਤੀ ਤੋਂ ਰਹਿਤ ਕਰੋੜਾਂ ਪੁਰਖ ਖਾਂਦੇ ਹਨ। ਜੈਸਾ ਕਿ ਜਨ ਨਾਨਕ ਹਰ ਪੁਨ ਬੀਜਿਆ, ਫਿਰ ਤੋਟ ਨ ਆਵੈ ਹਰ ਪੁਨ ਕੇਰੀ। ਕਿ ਜਿਹੜੇ ਹਿਰਦੇ ਦੀ ਚਿਤਵਣੀ ਨਾਲ ਇੱਕ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਉਹਨਾਂ ਦੀ ਕਮਾਈ ਦੀ ਸ਼ਕਤੀ ਨਾਲ ਬੀਜਿਆ ਨਾਮ ਧਨ ਗਿਣਤੀ ਤੋਂ ਰਹਿਤ ਕਰੋੜਾਂ ਪੁਰਖ ਖਾਂਦੇ ਹਨ। ਤੁਧਨੋ ਸਭ ਧਿਆਏ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ। ਹੇ ਪਰਮੇਸ਼ਰ, ਸਾਰੀ ਸ੍ਰਿਸ਼ਟੀ ਆਪ ਜੀ ਨੂੰ ਧਿਆਨ ਦੁਆਰਾ ਧਿਆਉਂਦੀ ਹੈ, ਪਰ ਉਹ ਹੀ ਤੇਰੇ ਸਰੂਪ ਰੂਪੀ ਥਾਂ ਵਿੱਚ ਪਏ ਹਨ। ਜਿਹੜੇ ਮਾਲਕ ਪਰਮੇਸ਼ਰ ਤੇਰੀ ਪ੍ਰਾਪਤੀ ਨੂੰ ਲੋੜਦੇ ਹਨ, ਚਾਹੁੰਦੇ ਹਨ, ਜਿਹੜੇ ਮਾਲਕ ਪਰਮੇਸ਼ਰ ਨੂੰ ਚਾਹੁੰਦੇ ਹਨ, ਉਹ ਦਰਗਾਹ ਰੂਪੀ ਥਾਂ ਵਿੱਚ ਪ੍ਰਵਾਨ ਪਏ ਹਨ, ਕਬੂਲ ਹੋਏ ਹਨ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ, ਸੇ ਮੂਏ ਮਰ ਜੰਮੇ ਕੋੜੇ। ਮਹਾਰਾਜ ਜੀ ਗੁਰੂ ਰਾਮਦਾਸ ਜੀ ਸਮਝਾ ਰਹੇ ਹਨ, ਜਿਹੜੇ ਪੁਰਸ਼ ਸਤਿਗੁਰਾਂ ਦੀ ਟਹਿਲ ਤੋਂ ਬਗੈਰ ਜੋ ਹੱਥਾਂ ਨਾਲ ਸੇਵਾ ਅਤੇ ਜ਼ੁਬਾਨ ਨਾਲ ਪਰਮੇਸ਼ਰ ਦਾ ਜਸ ਨਹੀਂ ਕਰਦੇ, ਐਵੇਂ ਪਦਾਰਥਾਂ ਨੂੰ ਖਾਣਾ ਕਰਦੇ ਹਨ ਅਤੇ ਦਿੱਤੇ ਹੋਏ ਵਸਤਰਾਂ ਨੂੰ ਪਹਿਨਦੇ ਹਨ, ਉਹ ਤਾਂ ਵਾਹਿਗੁਰੂ ਵੱਲੋਂ ਮੂਏ ਮਰ ਗਏ ਹਨ। ਐਸੇ ਕੋੜੇ ਕੋੜੀ ਪੁਰਸ਼ ਤਾਂ ਬਾਰੰਬਾਰ ਜੰਮਦੇ ਮਰਦੇ ਰਹਿੰਦੇ ਹਨ। ਜਿਹੜੇ ਪੁਰਸ਼ ਸਤਿਗੁਰਾਂ ਦੀ ਟਹਿਲ ਤੋਂ ਬਿਨਾਂ, ਸੇਵਾ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਜੋ ਹੱਥਾਂ ਨਾਲ ਸੇਵਾ ਅਤੇ ਜ਼ੁਬਾਨ ਨਾਲ ਪਰਮੇਸ਼ਰ ਦਾ ਜਸ ਨਹੀਂ ਕਰਦੇ, ਐਵੇਂ ਪਦਾਰਥਾਂ ਨੂੰ ਖਾਣਾ ਕਰਦੇ ਹਨ ਤੇ ਦਿੱਤੇ ਹੋਏ ਵਸਤਰਾਂ ਨੂੰ ਪਹਿਨਦੇ ਹਨ, ਉਹ ਤਾਂ ਵਾਹਿਗੁਰੂ ਵੱਲੋਂ ਮਰ ਜੰਮੇ ਕੋੜੇ ਮਰ ਗਏ ਹਨ। ਐਸੇ ਕੋੜੇ ਕੋੜੀ ਪੁਰਸ਼ ਤਾਂ ਬਾਰੰਬਾਰ ਜੰਮਦੇ ਮਰਦੇ ਰਹਿੰਦੇ ਹਨ। ਐਸੇ ਕੋੜੇ ਕਰੋੜਾਂ ਹੀ ਪੁਰਸ਼ ਜੰਮਦੇ ਮਰਦੇ ਰਹਿੰਦੇ ਹਨ। ਉਹ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੇ ਮੁਖ ਘੋਲੇ। ਜੋ ਖਾਣਾ ਪੀਣਾ ਕਰਦੇ ਹਨ ਤੇ ਹੱਥਾਂ ਨਾਲ ਸੇਵਾ ਨਹੀਂ ਕਰਦੇ,
ਪਰਮੇਸ਼ਰ ਦਾ ਸਿਮਰਨ ਜੀਵ ਦੇ ਨਾਲ ਨਹੀਂ ਕਰਦੇ, ਉਹ ਹਾਜ਼ਰ ਮਿੱਠਾ ਬੋਲਦੇ, ਉਹ ਪੁਰਸ਼ ਹਾਜ਼ਰ ਸਾਹਮਣੇ ਤਾਂ ਮਿੱਠਾ ਪਿਆਰਾ ਬੋਲਦੇ ਹਨ ਕਿ ਅਸੀਂ ਤਾਂ ਤੁਹਾਡੇ ਸੇਵਕ ਹਾਂ, ਪਰ ਬਾਹਰ ਬਿਸ ਕੱਢੇ ਮੁਖ ਘੋਲੇ। ਪਰ ਬਾਹਰ ਭਾਵ ਪਿੱਠ ਪਿੱਛੇ ਨਿੰਦਿਆ ਰੂਪੀ ਜ਼ਹਿਰ ਘੋਲ ਕੇ ਮੁਖ ਵਿੱਚੋਂ ਬਾਚਨ ਕੱਢਦੇ ਹਨ। ਜਿਵੇਂ ਸੱਪ ਜ਼ਹਿਰ ਕੱਢਦਾ ਹੈ, ਇਉਂ ਅੰਦਰੋਂ ਵਿਚਾਰ ਵਿਚਾਰ ਕੇ ਨਿੰਦਿਆ ਰੂਪੀ ਜ਼ਹਿਰ ਕੱਢਦੇ ਹਨ। ਮਨ ਖੋਟੇ ਦਈ ਵਿਛੋੜੇ। ਜਿਹੜੇ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਹੜੇ ਮਨ ਦੇ ਹਿਰਦੇ ਦੇ ਖੋਟੇ ਬੁਰੇ ਪੁਰਸ਼ ਦਈ ਪ੍ਰੇਰਕ ਪਰਮੇਸ਼ਰ ਨੇ ਵਿਛੋੜੇ ਜੁਦਾ ਕਰਕੇ ਭਾਵ ਬੇਮੁਖ ਜਾਣ ਕੇ ਜੂਨਾਂ ਵਿੱਚ ਪਾ ਦਿੱਤੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਉਹ ਹਾਜ਼ਰ ਮਿੱਠਾ ਬੋਲਦੇ, ਬਾਹਰ ਬਿਸ ਕੱਢੇ ਮੁਖ ਘੋਲੇ, ਮਨ ਖੋਟੇ ਦਈ ਵਿਛੋੜੇ। ਕਿ ਉਹ ਪੁਰਸ਼ ਹਾਜ਼ਰ ਸਾਹਮਣੇ ਤਾਂ ਮਿੱਠਾ ਪਿਆਰਾ ਬੋਲਦੇ ਹਨ ਕਿ ਅਸੀਂ ਤਾਂ ਤੁਹਾਡੇ ਸੇਵਕ ਹਾਂ, ਪਰ ਬਾਹਰ ਭਾਵ ਪਿੱਠ ਪਿੱਛੇ ਨਿੰਦਿਆ ਰੂਪੀ ਜ਼ਹਿਰ ਨੂੰ ਘੋਲ ਕੇ ਮੂੰਹ ਵਿੱਚੋਂ ਬਾਚਨ ਕੱਢਦੇ ਹਨ। ਜਿਵੇਂ ਸੱਪ ਜ਼ਹਿਰ ਕੱਢਦਾ ਹੈ, ਇਉਂ ਅੰਦਰੋਂ ਵਿਚਾਰ ਵਿਚਾਰ ਕੇ ਨਿੰਦਿਆ ਰੂਪੀ ਜ਼ਹਿਰ ਕੱਢਦੇ ਹਨ। ਮਨ ਖੋਟੇ ਇਹੋ ਜਿਹੇ ਹਿਰਦੇ ਦੇ ਖੋਟੇ ਪੁਰਸ਼ ਨੂੰ ਦਈਏ ਕਿ ਪ੍ਰੇਰਕ ਪਰਮੇਸ਼ਰ ਨੇ ਜੁਦਾ ਕਰਕੇ ਭਾਵ ਬੇਮੁਖ ਜਾਣ ਕੇ ਜੂਨਾਂ ਵਿੱਚ ਪਾ ਦਿੱਤੇ ਹਨ। ਪਰ ਜਿਹੜੇ ਪੁਰਸ਼ ਸਤਿਗੁਰਾਂ ਦੀ ਸੇਵਾ ਤੋਂ ਬਗੈਰ ਹਨ, ਜੋ ਹੱਥਾਂ ਨਾਲ ਗੁਰੂ ਘਰ ਦੀ ਸੇਵਾ ਨਹੀਂ ਕਰਦੇ, ਗੁਰੂ ਘਰ ਦਾ ਕੋਈ ਵੀ ਕਾਜ ਨਹੀਂ ਕਰਦੇ ਤੇ ਜ਼ੁਬਾਨ ਨਾਲ ਪਰਮੇਸ਼ਰ ਦਾ ਜਸ ਨਹੀਂ ਕਰਦੇ, ਐਵੇਂ ਪਦਾਰਥਾਂ ਨੂੰ ਹੀ ਖਾਣਾ ਕਰਦੇ ਹਨ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਿ ਪਰਮੇਸ਼ਰ ਦਾ ਦਿੱਤਾ ਪਹਿਨਦੇ ਹਨ, ਉਹ ਪਰਮੇਸ਼ਰ ਤੋਂ ਬੇਮੁਖ ਹਨ। ਜੋ ਗੁਰੂ ਘਰ ਦੀ ਸੇਵਾ ਨਹੀਂ ਕਰਦੇ, ਗੁਰੂ ਘਰ ਦਾ ਹੀ ਲੰਗਰ ਪ੍ਰਸ਼ਾਦਾ ਛਕਦੇ ਹਨ, ਤਾਂ ਗੁਰੂ ਘਰ ਦੀਆਂ ਰੋਟੀਆਂ ਤਿੰਨ ਕਰਮ ਕਰੇਨ ਮਤ ਮਾਰਨ ਹੱਡ ਗਾਲਣ, ਓਏ ਕਰਨ ਨਾ ਦੇਣ। ਕਿ ਉਹ ਇਹ ਕੰਮ ਨਹੀਂ ਕਰ ਸਕਦੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਤੇ ਨਾਮ ਤੋਂ ਬਿਨਾਂ ਹੀ ਖਾਂਦੇ ਪਹਿਨਦੇ ਹਨ ਤੇ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸਮਾਂ ਹੋ ਚੁੱਕਿਆ ਹੈ, 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ, ਅਰਦਾਸ ਬੇਨਤੀ ਕਰੀਏ। ਮਹਾਰਾਜ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ, ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ, ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ ਬਖਸ਼ਣ। ਮਹਾਰਾਜ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ। ਰਾਮ ਕਲੀ ਮਹੱਲਾ ਤੀਜਾ।